ਹੈਲੋ एवरीवन। ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਵਾਈਡ ਕਰਵਾ ਰਹੀ ਹਾਂ ਜੀ ਸ਼ਾਰਟ ਕੁਐਸਚਨ। ਤੁਹਾਡਾ ਜੋ ਟੀਚਿੰਗ ਸਬਜੈਕਟ ਹੈ ਜੀ ਪੈਡਾਗੋਜੀ ਆਫ ਹਿਸਟਰੀ, ਇਹਦੇ ਨਾਲ ਸੰਬੰਧਿਤ ਮੈਂ ਸ਼ਾਰਟ ਕੁਐਸਚਨ ਪ੍ਰੋਵਾਈਡ ਕਰਵਾ ਰਹੀ ਹਾਂ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਦੱਸਾਂਗੀ ਜੀ ਕਿਹੜੇ ਟੌਪਿਕ ਤੁਹਾਨੂੰ ਜਿਹੜੇ ਸੋਸ਼ਲ ਸਟੱਡੀਜ਼ ਦੇ ਵਿੱਚ ਜਾ ਕੇ ਜਿਹੜੇ ਮਿਲ ਜਾਣੇ ਆ। ਸੋਸ਼ਲ ਸਟੱਡੀ ਦਾ ਹਿਸਟਰੀ ਜਿਹੜਾ ਇੱਕ ਪਾਰਟ ਹੈ, ਇਸ ਕਰਕੇ ਜਿਹੜੇ ਟੌਪਿਕ ਹੈ ਜੀ ਇਹ ਸਿਮਿਲਰ ਨੇ, ਠੀਕ ਹੈ। ਸਿਲੇਬਸ ਦੇ ਵਿੱਚ 4th ਯੂਨਿਟ ਹੈ ਜਿਹੜਾ ਸਾਰੇ ਦਾ ਸਾਰਾ ਹੀ ਜਿਹੜਾ ਸੇਮ ਹੈ ਜੀ ਸੋਸ਼ਲ ਸਟੱਡੀਜ਼ ਵਾਲਾ, ਤਾਂ ਉੱਥੋਂ ਤੁਸੀਂ ਕਰ ਸਕਦੇ ਹੋ। ਉਹ ਵੀਡੀਓਜ਼ ਤੁਹਾਡੇ ਲਈ ਹੈਲਪਫੁਲ ਰਹਿਣਗੀਆਂ। ਬਾਕੀ ਵੀ ਆਪਾਂ ਦੇਖਦੇ ਹਾਂ ਜੀ ਆਪਣਾ ਪੰਜਾਬੀ ਇੱਕ ਵਾਰੀ ਪੈਡਾਗੋਜੀ ਕੰਪਲੀਟ ਕਰ ਲਈਏ ਕਿਉਂਕਿ ਉਹਦੇ ਕੁਝ ਟੌਪਿਕ ਪੈਂਡਿੰਗ ਹੈ, ਅਤੇ ਉਸ ਤੋਂ ਬਾਅਦ ਦੇਖ ਲੈਂਦੇ ਹਾਂ ਹਿਸਟਰੀ ਦਾ। ਜੇ ਟਾਈਮ ਬਚਿਆ ਤਾਂ ਮੈਂ ਕੋਸ਼ਿਸ਼ ਕਰਾਂਗੀ ਜੀ ਤੁਹਾਨੂੰ ਪ੍ਰੋਵਾਈਡ ਕਰਵਾ ਦੇਵਾਂ ਨੋਟਸ। ਸੋ ਪੈਡਾਗੋਜੀ ਆਫ ਹਿਸਟਰੀ ਦੇ ਜੀ ਹੈਗੇ ਆ ਜੀ ਤੁਹਾਡੇ ਸਾਹਮਣੇ ਜੀ ਸ਼ਾਰਟ ਕੁਐਸਚਨ ਹੈ ਜੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਿਲੇਬਸ ਦੇ ਅਕੋਰਡਿੰਗ ਹੈ ਜੀ B.Ed ਜਰਨਲ ਫਸਟ ਸਮੈਸਟਰ ਦੇ ਵਿੱਚ ਹੈ ਜੀ ਜਿਹੜੇ ਸਟੂਡੈਂਟਸ ਉਹਨਾਂ ਦੇ ਲਈ ਹੈ ਜੀ ਇਹ ਕੁਐਸਚਨ। ਸੋ ਪੈਡਾਗੋਜੀ ਆਫ ਹਿਸਟਰੀ ਬਹੁਤ ਸਾਰੇ ਜਿਹੜੇ ਕਮੈਂਟ ਉਹ ਆਏ ਹੋਏ ਆ ਕਿ ਪੈਡਾਗੋਜੀ ਆਫ ਹਿਸਟਰੀ ਦੇ ਨੋਟਸ ਪ੍ਰੋਵਾਈਡ ਕਰਵਾ ਦਿਓ, ਮਾਰਕੀਟ ਦੇ ਵਿੱਚੋਂ ਜਿਹੜੀ ਬੁੱਕ ਹੈ ਜੀ ਉਹ ਨਹੀਂ ਮਿਲ ਰਹੀ। ਸੋ ਮੈਂ ਕੋਸ਼ਿਸ਼ ਕਰਾਂਗੀ ਜੀ ਹੁਣ ਇੱਕ ਵਾਰੀ ਤੁਹਾਡੇ ਸ਼ਾਰਟ ਕੁਐਸਚਨ ਕਰਵਾ ਰਹੀ ਹਾਂ ਅਤੇ ਆਪਣੇ ਕੋਲ ਟਾਈਮ ਪਿਆ ਹੈ ਜੇ, ਤਾਂ ਮੈਂ ਕੋਸ਼ਿਸ਼ ਕਰਦੀ ਹਾਂ ਤੁਹਾਨੂੰ ਜਲਦ ਤੋਂ ਜਲਦ ਮੈਂ ਪ੍ਰੋਵਾਈਡ ਕਰਵਾ ਦੇਵਾਂ ਜੀ। ਸੋ ਇਹਦੇ ਵਿੱਚ ਵੇਖੋਗੇ ਜੀ ਤੁਹਾਡੇ ਯੂਨਿਟ 1 ਦੇ A ਪਾਰਟ ਦੇ ਵਿੱਚ ਕਿਹੜੇ ਕੁਐਸਚਨ ਬਣਦੇ ਆ ਜੀ। ਫਸਟ ਤੁਹਾਡਾ ਬਣਦਾ ਹੈ ਜੀ ਕੰਸੈਪਟ ਆਫ ਟੀਚਿੰਗ ਹਿਸਟਰੀ। ਸੋ ਕੰਸੈਪਟ ਆਫ ਟੀਚਿੰਗ ਹਿਸਟਰੀ ਤੁਹਾਡਾ ਜਿਹੜਾ ਟੀਚਿੰਗ ਹਿਸਟਰੀ ਤੁਹਾਡਾ ਸ਼ਾਰਟ ਕੁਐਸਚਨ ਬਣਦਾ ਜੀ। ਸ਼ਾਰਟ ਕੁਐਸਚਨ ਹੈ ਤੁਹਾਡਾ ਕੰਸੈਪਟ ਆਫ ਟੀਚਿੰਗ ਹਿਸਟਰੀ, ਠੀਕ ਹੈ। ਨੈਕਸਟ ਤੁਹਾਡਾ ਬਣਦਾ ਜੀ ਨੇਚਰ ਆਫ ਟੀਚਿੰਗ ਹਿਸਟਰੀ, ਠੀਕ ਹੈ। ਟੀਚਿੰਗ ਹਿਸਟਰੀ ਦਾ ਨੇਚਰ ਪੁੱਛਿਆ ਜਾ ਸਕਦਾ 2 ਮਾਰਕਸ ਦੇ ਲਈ। ਨੈਕਸਟ ਹੈਗਾ ਜੀ ਸਕੋਪ ਆਫ ਟੀਚਿੰਗ ਹਿਸਟਰੀ। ਟੀਚਿੰਗ ਹਿਸਟਰੀ ਦਾ ਸਕੋਪ ਪੁੱਛਿਆ ਜਾ ਸਕਦਾ ਹੈ। ਇੰਪੋਰਟੈਂਸ ਆਫ ਟੀਚਿੰਗ ਹਿਸਟਰੀ ਪੁੱਛੀ ਜਾ ਸਕਦੀ ਹੈ। ਇਹ 4 ਜਿਹੜੇ ਕੁਐਸਚਨ ਤੁਹਾਡੇ ਬਣਦੇ ਆ ਜੀ ਯੂਨਿਟ 1 ਦੇ A ਪਾਰਟ ਦੇ ਵਿੱਚ। ਇਹਦੇ ਵਿੱਚ ਹੋ ਸਕਦਾ ਜੀ ਤੁਹਾਨੂੰ ਕਹਿ ਦੇਣ ਕਿ 2 ਨੇਚਰ ਲਿਖੋ ਜਾਂ 2 ਸਕੋਪ ਲਿਖੋ ਜਾਂ 4 ਇੰਪੋਰਟੈਂਸ ਲਿਖੋ। ਸੋ ਜਿੰਨੀਆਂ ਕਹਿੰਦੇ ਉਨੀਆਂ ਲਿਖ ਦਿਓ। ਜੇਕਰ ਨਹੀਂ ਕਹਿੰਦੇ ਤਾਂ ਜੇਕਰ ਉਹਦੀ ਕੋਈ ਲਿਮਟ ਨਹੀਂ ਹੈਗੀ ਤਾਂ 5 ਲਿਖ ਦਿਓ, ਠੀਕ ਹੈ। ਜੇਕਰ ਜਿਵੇਂ ਟਾਈਪਸ ਹੋ ਜਾਂਦੀਆਂ ਟਾਈਪਸ ਲਿਖੋ ਤਾਂ ਟਾਈਪਸ ਤਾਂ ਜਿੰਨੀਆਂ ਹੁੰਦੀਆਂ ਆਪਾਂ ਨੂੰ ਉਨੀਆਂ ਹੀ ਲਿਖਣੀਆਂ ਪੈਂਦੀਆਂ ਹੈ ਨਾ। ਉਸ ਹਿਸਾਬ ਦੇ ਨਾਲ ਆਪਣਾ ਜਿਹੜਾ ਆਨਸਰ ਹੈ ਉਹ ਤੁਸੀਂ ਦੇਣਾ ਜੀ 2 ਮਾਰਕਸ ਦੇ ਲਈ। 8 ਨੰਬਰ ਜਿਹੜੇ ਸ਼ਾਰਟ ਕੁਐਸਚਨ ਆਉਣਗੇ ਜੀ ਜਿਹੜੇ ਮੈਂ ਤੁਹਾਨੂੰ ਦੱਸ ਦਿੱਤੇ ਨਾ ਇਹਦੇ ਵਿੱਚੋਂ ਹੀ ਆਉਣਗੇ ਸ਼ਾਰਟ ਕੁਐਸਚਨ, ਇਸ ਤੋਂ ਬਾਹਰ ਨਹੀਂ ਆਉਂਦੇ ਕੋਈ ਵੀ। ਸੋ ਇਹਨਾਂ ਨੂੰ ਧਿਆਨ ਦੇ ਨਾਲ ਕਰ ਲਓ। ਵੈਸੇ ਤਾਂ ਇਹ ਲੌਂਗ ਦੇ ਵਿੱਚੋਂ ਹੀ ਜਿਹੜੇ ਤੁਹਾਡੇ ਕਵਰ ਆ ਉਹ ਹੋ ਜਾਂਦੇ ਆ ਜੀ। ਅੱਗੇ ਆ ਜਾਓ ਜੀ ਯੂਨਿਟ 1 ਦਾ B ਪਾਰਟ ਹੈ ਜੀ। ਇਹਦੇ ਵਿੱਚ ਹੈਗੇ ਆ ਜੀ ਤੁਹਾਡੇ ਕੁਐਸਚਨ ਕੋਰਿਲੇਸ਼ਨ ਆਫ ਹਿਸਟਰੀ ਵਿਦ ਆਰਟ, ਠੀਕ ਹੈ। ਕੁਐਸਚਨ ਬਣਦਾ ਜੀ ਹਿਸਟਰੀ ਦਾ ਕੀ ਰਿਲੇਸ਼ਨ ਹੈ ਜੀ ਆਰਟ ਦੇ ਨਾਲ। ਸਿਮਿਲਰ ਜਿਹਾ ਸਿਲੇਬਸ ਹੈ ਜੀ ਸੋਸ਼ਲ ਸਟੱਡੀ ਦਾ ਅਤੇ ਹਿਸਟਰੀ ਦਾ, ਬਟ ਉੱਥੇ ਸੋਸ਼ਲ ਸਟੱਡੀ ਲਿਖਿਆ ਹੁੰਦਾ, ਇੱਥੇ ਹਿਸਟਰੀ ਲਿਖਿਆ, ਠੀਕ ਹੈ। ਉਹ ਫਰਕ ਹੈ। ਅਤੇ ਇਹਨੂੰ ਆਪਾਂ ਹਿਸਟਰੀ ਦੇ ਨਾਲ ਸੰਬੰਧਿਤ ਕਰਕੇ ਲਿਖਣਾ, ਉਹਨੂੰ ਆਪਾਂ ਸੋਸ਼ਲ ਸਟੱਡੀ ਦੇ ਨਾਲ ਸੰਬੰਧਿਤ ਕਰਕੇ ਲਿਖਿਆ ਸੀ। ਸੋ ਕੋਰਿਲੇਸ਼ਨ ਆਫ ਹਿਸਟਰੀ ਵਿਦ ਆਰਟ। ਨੈਕਸਟ ਹੈ ਜੀ ਕੋਰਿਲੇਸ਼ਨ ਆਫ ਹਿਸਟਰੀ ਵਿਦ ਲਿਟਰੇਚਰ। ਸੋ ਕੋਰਿਲੇਸ਼ਨ ਆਫ ਹਿਸਟਰੀ ਵਿਦ ਲਿਟਰੇਚਰ ਹੈ ਜੀ। ਨੈਕਸਟ ਹੈ ਜੀ ਕੋਰਿਲੇਸ਼ਨ ਆਫ ਹਿਸਟਰੀ ਵਿਦ ਜੀਓਗ੍ਰਾਫੀ ਦੇ ਨਾਲ ਹਿਸਟਰੀ ਦਾ ਕੀ ਕੋਰਿਲੇਸ਼ਨ ਹੈ, ਕੀ ਸਹਿ ਸੰਬੰਧ ਹੈ। ਨੈਕਸਟ ਹੈ ਜੀ ਕੋਰਿਲੇਸ਼ਨ ਆਫ ਹਿਸਟਰੀ ਵਿਦ ਇਕਨੋਮਿਕਸ। ਹਿਸਟਰੀ ਦਾ ਇਕਨੋਮਿਕਸ ਦੇ ਨਾਲ ਕੀ ਸੰਬੰਧ ਹੈ ਜੀ। ਨੈਕਸਟ ਆ ਜਾਓ ਜੀ ਕੋਰਿਲੇਸ਼ਨ ਆਫ ਹਿਸਟਰੀ ਵਿਦ ਸਿਵਿਕਸ। ਸੋ ਹਿਸਟਰੀ ਦਾ ਸਿਵਿਕਸ ਦੇ ਨਾਲ ਕੀ ਜਿਹੜਾ ਸੰਬੰਧ ਹੈ ਉਹ ਲਿਖਣਾ ਜੀ। 2 ਨੰਬਰ ਦੇ ਲਈ ਪੁੱਛਿਆ ਜਾ ਸਕਦਾ। ਕੋਰਿਲੇਸ਼ਨ ਆਫ ਹਿਸਟਰੀ ਵਿਦ ਸਾਇੰਸ, ਠੀਕ ਹੈ। ਹਿਸਟਰੀ ਦਾ ਸਾਇੰਸ ਦੇ ਨਾਲ ਕੀ ਸਹਿ ਸੰਬੰਧ ਹੈ ਉਹ ਤੁਸੀਂ ਲਿਖਣਾ ਹੈ। ਅੱਗੇ ਆ ਜਾਓ ਜੀ ਯੂਨਿਟ 1 ਦਾ C ਪਾਰਟ ਹੈ ਜੀ। ਇਹਦੇ ਵਿੱਚ ਤੁਹਾਨੂੰ ਕੁਐਸਚਨ ਪੁੱਛੇ ਜਾ ਸਕਦੇ ਆ ਜੀ ਏਮਸ ਆਫ ਟੀਚਿੰਗ ਹਿਸਟਰੀ ਐਟ ਮਿਡਲ ਸਕੂਲ ਲੈਵਲ ਵਿਦ ਰੈਫਰੈਂਸ ਟੂ ਬਲੂਮਜ਼ ਟੈਕਸੋਨੋਮੀ। ਸੋ ਏਮਸ ਆਫ ਟੀਚਿੰਗ ਕੀ ਹੈ ਜੀ ਹਿਸਟਰੀ ਦੇ ਐਟ ਮਿਡਲ ਲੈਵਲ ਦੱਸਣਾ ਜੀ। ਰੈਫਰੈਂਸ ਤੁਸੀਂ ਬਲੂਮਜ਼ ਟੈਕਸੋਨੋਮੀ ਦਾ ਦੇਣਾ ਜੀ। ਏਮਸ ਆਫ ਟੀਚਿੰਗ ਹਿਸਟਰੀ ਐਟ ਮਿਡਲ ਸਕੂਲ ਲੈਵਲ ਵਿਦ ਰੈਫਰੈਂਸ ਟੂ ਬਲੂਮ ਇਜ਼ ਟੈਕਸੋਨੋਮੀ, ਠੀਕ ਹੈ। ਨੈਕਸਟ ਆ ਗਿਆ ਜੀ ਏਮਸ ਆਫ ਟੀਚਿੰਗ ਹਿਸਟਰੀ ਐਂਡ ਸੈਕੰਡਰੀ ਸਕੂਲ ਲੈਵਲ। ਸੋ ਏਮਸ ਆਫ ਟੀਚਿੰਗ ਹਿਸਟਰੀ ਦੇ ਕੀ ਨੇ ਸੈਕੰਡਰੀ ਸਕੂਲ ਲੈਵਲ 'ਤੇ, ਠੀਕ ਹੈ। ਅੱਗੋਂ ਹੈ ਜੀ ਆਬਜੈਕਟਿਵਸ ਆਫ ਟੀਚਿੰਗ ਹਿਸਟਰੀ ਐਟ ਮਿਡਲ ਸਕੂਲ ਲੈਵਲ, ਠੀਕ ਹੈ। ਆਬਜੈਕਟਿਵ ਕੀ ਨੇ ਟੀਚਿੰਗ ਹਿਸਟਰੀ ਦੇ ਐਟ ਮਿਡਲ ਸਕੂਲ ਲੈਵਲ। ਹਾਂਜੀ ਅੱਗੇ ਆ ਜਾਓ ਜੀ
ऑब्जेक्टिव ऑफ टीचिंग हिस्ट्री एंड सैकेंडरी स्कूल लैवल विद रैफरेंस टू ब्लूमिज टैक्सोनॉमी। ठीक है, ऑब्जेक्टिव की ने टीचिंग हिस्ट्री दे सैकेंडरी स्कूल लैवल ते रैफरेंस दे देना जी तुसी ब्लूमिज टैक्सोनॉमी। ਅੱਗੋਂ ਇਹ ਬਣਦੇ ਆ ਜੀ ਤੁਹਾਡੇ 4 ਜਿਹੜੇ ਸ਼ਾਰਟ ਕੁਐਸਚਨ ਹੈ ਜੀ। ਤੁਹਾਡਾ ਹੈਗਾ ਜੀ ਯੂਨਿਟ 1 ਦਾ ਸੀ ਪਾਰਟ ਤੇ ਇਹਦੇ ਵਿੱਚੋਂ ਹੀ ਆ ਜਾਣੇ ਆ। ਇਹ ਵੱਡੇ ਵੱਡੇ ਕਰਕੇ ਲਿਖੇ ਹੋਏ ਨਾ, ਉੱਥੇ ਤੁਹਾਨੂੰ ਸ਼ਾਰਟ ਫਾਰਮ ਦੇ ਵਿੱਚ ਹੀ ਆਉਣਗੇ ਸ਼ਾਰਟ ਕੁਐਸਚਨ। ਏਡੀ ਵੱਡੀ ਸਟੇਟਮੈਂਟ ਨਹੀਂ ਤੁਹਾਨੂੰ ਲਿਖੀ ਆਊਗੀ, ਸ਼ਾਰਟ ਦੇ ਵਿੱਚ ਹੀ ਆਊਗਾ। ਠੀਕ ਹੈ, ਹਾਂਜੀ ਨੈਕਸਟ ਆ ਜਾਓ ਜੀ। ਤੁਹਾਡਾ ਆ ਗਿਆ ਜੀ ਯੂਨਿਟ 2 ਦਾ ਏ ਪਾਰਟ ਹੈ ਜੀ। ਕਿਹੜੇ ਕਿਹੜੇ ਕੁਐਸਚਨ ਬਣਦੇ ਆ ਜੀ? ਮੈਥਡਸ ਆਫ ਟੀਚਿੰਗ, ਠੀਕ ਹੈ, ਲੈਕਚਰ ਮੈਥਡ, ਸਟੋਰੀ ਟੈਲਿੰਗ ਮੈਥਡ, ਠੀਕ ਹੈ, ਰਿਸੋਰਸ ਮੈਥਡ, ਠੀਕ ਹੈ, ਡਿਸਕਸ਼ਨ ਮੈਥਡ, ਪ੍ਰੋਜੈਕਟ ਮੈਥਡ, ਕੋਆਪਰੇਟਿਵ ਲਰਨਿੰਗ ਮੈਥਡ। ਸੋ ਇਹਦੇ ਵਿੱਚ ਜਿਹੜੇ ਕਾਫੀ ਜਿਹੜੇ ਟੌਪਿਕ ਹੈ ਜੀ SST ਦੇ ਵਿੱਚ ਹੈਗੇ ਆ ਜੀ। ਲੈਕਚਰ ਮੈਥਡ ਮਿਲ ਜੂਗਾ ਤੁਹਾਨੂੰ। ਉਸ ਤੋਂ ਇਲਾਵਾ ਮੈਨੂੰ ਲੱਗਦਾ ਜੀ ਸੋਰਸ ਮੈਥਡ ਹੈ। ਮੈਂ ਤੁਹਾਡਾ ਸਿਲੇਬਸ ਨਾਲ ਜਿਹੜਾ ਚੈੱਕ ਹੈ ਉਹ ਕਰ ਲੈਂਦੀ ਹਾਂ। ਸੋ ਤੁਹਾਡੇ ਜਿਹੜਾ ਜੇਕਰ ਮੈਂ ਸਿਲੇਬਸ ਦੀ ਗੱਲ ਕਰਾਂ ਤਾਂ ਲੈਕਚਰ ਮੈਥਡ ਤਾਂ ਹੈਗਾ ਜੀ, ਮੈਨੂੰ ਯਾਦ ਹੈ। ਹਾਂਜੀ, ਅੱਗੋਂ ਤੁਹਾਡਾ ਸੋਰਸ ਮੈਥਡ ਵੀ ਤਾਂ ਸਟੋਰੀ ਟੈਲਿੰਗ ਨਹੀਂ ਹੈਗਾ। ਸੋਰਸ ਮੈਥਡ ਤੁਹਾਨੂੰ SST ਦੇ ਵਿੱਚੋਂ ਮਿਲ ਜੂਗਾ ਜੀ। ਠੀਕ ਹੈ, ਅੱਗੋਂ ਡਿਸਕਸ਼ਨ ਮੈਥਡ, ਹਾਂਜੀ ਇਹ ਵੀ ਤੁਹਾਨੂੰ ਮਿਲ ਜਾਣਾ ਜੀ। ਠੀਕ ਹੈ, ਉਹਦੇ ਵਿੱਚੋਂ ਅਤੇ ਪ੍ਰੋਜੈਕਟ ਮੈਥਡ ਵੀ ਤੁਹਾਨੂੰ ਸੋਸ਼ਲ ਸਟੱਡੀਜ਼ ਦੇ ਵਿੱਚੋਂ ਜਿਹੜਾ ਮਿਲ ਜਾਣਾ। ਠੀਕ ਹੈ, ਲੈਕਚਰ ਮੈਥਡ, ਸੋਰਸ ਮੈਥਡ, ਡਿਸਕਸ਼ਨ ਮੈਥਡ ਅਤੇ ਪ੍ਰੋਜੈਕਟ ਮੈਥਡ ਇਹ ਤੁਹਾਨੂੰ ਸੋਸ਼ਲ ਸਟੱਡੀਜ਼ ਦੇ ਵਿੱਚੋਂ ਮਿਲ ਜਾਣਗੇ ਜੀ। ਸੋ ਬਾਕੀ ਟੌਪਿਕ ਆਪਾਂ ਦੇਖਦੇ ਹਾਂ, ਜੇ ਟਾਈਮ ਲੱਗਾ ਤਾਂ ਜ਼ਰੂਰ ਇਹਨਾਂ ਨੂੰ ਜਿਹੜਾ ਕਵਰ ਹੈ ਉਹ ਕਰ ਲਾਂਗੇ। ਅਤੇ ਤੁਹਾਡੇ ਯੂਨਿਟ 2 ਦੇ ਏ ਪਾਰਟ ਦੇ ਵਿੱਚੋਂ ਤੁਹਾਡੇ ਇਹ ਜਿਹੜੇ ਕੁਐਸਚਨ ਹੈ ਜੀ ਇਹ ਬਣਦੇ ਆ। ਹਾਂਜੀ ਅੱਗੇ ਆ ਜਾਓ ਜੀ। ਯੂਨਿਟ 2 ਦਾ ਬੀ ਪਾਰਟ ਹੈ ਜੀ। ਯੂਨਿਟ 2 ਦਾ ਬੀ ਪਾਰਟ ਇਹਦੇ ਵਿੱਚ ਹੈਗਾ ਜੀ ਡਿਵਾਈਸਿਸ ਆਫ ਟੀਚਿੰਗ ਪੁੱਛੀਆਂ ਜਾ ਸਕਦੀਆਂ ਨੇ, ਟੈਕਨੀਕਸ ਆਫ ਟੀਚਿੰਗ ਪੁੱਛੇ ਜਾ ਸਕਦੇ ਨੇ 2 ਮਾਰਕਸ ਦੇ ਲਈ, ਨਰੇਸ਼ਨ ਪੁੱਛੇ ਜਾ ਸਕਦੇ ਨੇ 2 ਮਾਰਕਸ ਦੇ ਲਈ, ਐਕਸਪਲੇਨੇਸ਼ਨ ਪੁੱਛਿਆ ਜਾ ਸਕਦਾ 2 ਮਾਰਕਸ ਦੇ ਲਈ, ਡਰਾਮਾਟਾਈਜੇਸ਼ਨ ਪੁੱਛਿਆ ਜਾ ਸਕਦਾ 2 ਮਾਰਕਸ ਦੇ ਲਈ, ਡਿਸਕ੍ਰਿਪਸ਼ਨ ਪੁੱਛੀ ਜਾ ਸਕਦੀ ਹੈ 2 ਮਾਰਕਸ ਦੇ ਲਈ, ਅਤੇ ਫੀਲਡ ਟ੍ਰਿਪਸ ਪੁੱਛੇ ਜਾ ਸਕਦੇ ਆ 2 ਮਾਰਕਸ ਦੇ ਲਈ। ਇਹ ਯੂਨਿਟ 2 ਦਾ ਬੀ ਪਾਰਟ ਹੈ ਜੀ। ਯੂਨਿਟ 2 ਦਾ ਬੀ ਪਾਰਟ ਹੈ। ਕਿਹੜੇ ਕਿਹੜੇ ਇਹਦੇ ਵਿੱਚ ਕੁਐਸਚਨ ਤੁਹਾਡੇ ਬਣਦੇ ਆ ਜੀ? ਡਿਵਾਈਸਿਸ ਆਫ ਟੀਚਿੰਗ, ਠੀਕ ਹੈ, ਟੈਕਨੀਕਸ ਆਫ ਟੀਚਿੰਗ, ਠੀਕ ਹੈ, ਨਰੇਸ਼ਨ, ਠੀਕ ਹੈ, ਐਕਸਪਲੇਨੇਸ਼ਨ, ਡਰਾਮਾਟਾਈਜੇਸ਼ਨ, ਡਿਸਕ੍ਰਿਪਸ਼ਨ ਅਤੇ ਫੀਲਡ ਟ੍ਰਿਪ। ਇਹ ਵਾਲੇ ਤੁਹਾਡੇ ਯੂਨਿਟ 2 ਦੇ ਬੀ ਪਾਰਟ ਦੇ ਜਿਹੜੇ ਕੁਐਸਚਨ ਹੈ ਜੀ ਇਹ ਤੁਹਾਡੇ ਬਣਨਗੇ। ਆ ਜਾਓ ਅੱਗੇ ਜੀ। ਉਸ ਤੋਂ ਅੱਗੇ ਹੈਗਾ ਜੀ ਤੁਹਾਡਾ ਯੂਨਿਟ 2 ਦਾ ਸੀ ਪਾਰਟ ਹੈ ਜੀ। ਕਿਹੜੇ ਕਿਹੜੇ ਕੁਐਸਚਨ ਬਣਦੇ ਆ ਜੀ? ਫਸਟ ਹੈ ਜੀ ਪ੍ਰੋਬਲਮ ਇਨ ਐਕਸਪਲੋਰਿੰਗ ਟਰੂ ਹਿਸਟੋਰੀਕਲ ਫੈਕਟਸ ਤੁਹਾਡੇ ਬਣਦੇ ਆ ਜੀ। ਪ੍ਰੋਬਲਮਸ ਇਨ ਐਕਸਪਲੋਰਿੰਗ ਟਰੂ ਹਿਸਟੋਰੀਕਲ ਫੈਕਟਸ, ਠੀਕ ਹੈ, ਇਹ ਬਣਦਾ ਜੀ ਤੁਹਾਡਾ। ਨੈਕਸਟ ਬਣਦਾ ਜੀ ਜੈਨੂਅਨ ਰਿਕਾਰਡ ਬਣਦਾ ਜੀ ਤੁਹਾਡਾ, ਠੀਕ ਹੈ, 2 ਮਾਰਕਸ ਦੇ ਲਈ। ਨੈਕਸਟ ਜੀ ਰੋਲ ਆਫ ਮਿਊਜ਼ੀਅਮ ਇਨ ਟੀਚਿੰਗ, ਮਿਊਜ਼ੀਅਮ ਦਾ ਕੀ ਰੋਲ ਹੈ ਜੀ ਟੀਚਿੰਗ ਦੇ ਵਿੱਚ, ਹਿਸਟਰੀ ਟੀਚਿੰਗ ਦੇ ਵਿੱਚ। ਨੈਕਸਟ ਆ ਗਿਆ ਜੀ ਰੋਲ ਆਫ ਮਿਊਜ਼ੀਅਮ ਇਨ ਲਰਨਿੰਗ ਟੀਚਿੰਗ ਦੇ ਵਿੱਚ ਕੀ ਮਿਊਜ਼ੀਅਮ ਦਾ ਰੋਲ ਹੈ ਜੀ। ਨੈਕਸਟ ਆ ਜਾਓ ਜੀ ਰੋਲ ਆਫ ਮੂਮੈਂਟ ਇਨ ਟੀਚਿੰਗ, ਇਹਦਾ ਕੀ ਰੋਲ ਹੈ ਜੀ। ਰੋਲ ਆਫ ਮੂਮੈਂਟਸ ਇਨ ਲਰਨਿੰਗ ਟੀਚਿੰਗ ਦੇ ਵਿੱਚ ਕੀ ਰੋਲ ਹੈ ਜੀ, ਅਤੇ ਲਰਨਿੰਗ ਟੀਚਿੰਗ ਕੀ ਆ। ਸੋ ਇਹ ਵਾਲੇ ਤੁਹਾਡੇ ਜਿਹੜੇ ਸ਼ਾਰਟ ਕੁਐਸਚਨ ਬਣਦੇ ਆ ਜੀ ਤੁਹਾਡਾ ਜੋ ਯੂਨਿਟ 2 ਹੈ ਸੀ ਪਾਰਟ ਹੈ ਉਹਦੇ ਵਿੱਚ। ਸੋ ਇਸ ਤੋਂ ਬਾਹਰ ਕੁਝ ਨਹੀਂ ਆਊਗਾ। ਹਾਂਜੀ ਅੱਗੋਂ ਆ ਜਾਓ ਜੀ। ਯੂਨਿਟ 3 ਦੇ ਏ ਪਾਰਟ ਦੇ ਆਪਾਂ ਜੇਕਰ ਗੱਲ ਕਰੀਏ, ਤੁਹਾਡੀ ਪਲੇਲਿਸਟ ਵੀ ਬਣੀ ਹੋਈ ਹੈ ਜੀ ਹਿਸਟਰੀ ਦੀ, ਪੈਂਡਾਗੋਜੀ ਆਫ ਹਿਸਟਰੀ ਦੀ। ਉਹਦੇ ਵਿੱਚ ਮੈਂ ਕੋਸ਼ਿਸ਼ ਕਰਦੀ ਹਾਂ ਕਿ ਸੋਸ਼ਲ ਸਟੱਡੀ ਦੇ ਜੋ ਸੇਮ ਟੌਪਿਕ ਹੈ ਉਹ ਮੈਂ ਐਡ ਕਰਦਾ, ਤੁਹਾਡੀ ਹੈਲਪ ਹੋ ਜਾਏਗੀ। ਬਾਕੀ ਆਪਾਂ ਦੇਖ ਲੈਂਦੇ ਹਾਂ, ਕਰ ਲੈਂਦੇ ਹਾਂ ਕਵਰ। ਸੋ ਉਹਦੇ ਵਿੱਚ ਤੁਹਾਨੂੰ ਕੁਐਸਚਨ ਪੇਪਰ ਤੁਹਾਡਾ ਸਿਲੇਬਸ ਮਿਲ ਜਾਵੇਗਾ। ਠੀਕ ਹੈ, ਇਹਦੇ ਵਿੱਚ ਹੈਗੇ ਆ ਜੀ ਤੁਹਾਡੇ ਯੂਨਿਟ 3 ਦਾ ਏ ਪਾਰਟ ਦੇ ਕੁਐਸਚਨ ਪੁੱਛੇ ਜਾ ਸਕਦੇ ਆ ਜੀ। ਹਿਸਟਰੀ ਕੁਰੀਕਲਮਸ ਐਂਡ ਸੈਕੰਡਰੀ ਸਟੇਜ। ਸੋ ਹਿਸਟਰੀ ਕੁਰੀਕਲਮਸ ਕੀ ਆ, ਪਾਠਕ੍ਰਮ ਕੀ ਹੈ ਸੈਕੰਡਰੀ ਸਟੇਜ 'ਤੇ। ਇਹ ਜਾਂ ਤੁਹਾਨੂੰ ਪੁੱਛਿਆ ਜਾ ਸਕਦਾ ਜੀ ਹਿਸਟਰੀ ਕੁਰੀਕਲਮਸ ਐਂਡ ਸੀਨੀਅਰ ਸੈਕੰਡਰੀ ਸਟੇਜ 'ਤੇ ਹਿਸਟਰੀ ਦਾ ਕੁਰੀਕਲਮਸ ਕੀ ਹੈ। ਨੈਕਸਟ ਤੁਹਾਨੂੰ ਪੁੱਛਿਆ ਜਾ ਸਕਦਾ ਜੀ ਫੀਚਰਸ ਆਫ NCF 2005, ਫੀਚਰ ਕੀ ਨੇ ਜੀ NCF 2005 ਦੇ, ਇਹ ਪੁੱਛੇ ਜਾ ਸਕਦੇ ਨੇ। ਨੈਕਸਟ ਇਸ਼ੂਜ਼ ਆਫ NCF 2005, NCF 2005 ਦੇ ਇਸ਼ੂਜ਼ ਕੀ ਨੇ ਉਹਦੇ ਬਾਰੇ 2 ਨੰਬਰ ਦੇ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ। ਨੈਕਸਟ ਆ ਜਾਓ ਜੀ ਰਿਕਮੈਂਡੇਸ਼ਨ ਆਫ NCF 2005,
NCF 2005 ਦੀਆਂ ਰਿਕਮੈਂਡੇਸ਼ਨਸ ਕੀ ਨੇ, ਠੀਕ ਹੈ। ਇਹਦੇ ਤੇ ਜਿਹੜਾ ਤੁਹਾਨੂੰ ਕੁਐਸਚਨ ਹੈ ਜੀ ਉਹ ਪੁੱਛਿਆ ਜਾ ਸਕਦਾ ਹੈ NCF 2005 ਦੀਆਂ ਰਿਕਮੈਂਡੇਸ਼ਨ ਤੇ। ਨੈਕਸਟ ਆ ਜਾਓ ਜੀ, NCF 2005 ਕੀ ਹੈ, ਇਹਦੇ ਤੇ ਕੁਐਸਚਨ ਤੁਹਾਨੂੰ 2 ਮਾਰਕਸ ਦਾ ਪੁੱਛਿਆ ਜਾ ਸਕਦਾ ਹੈ। ਇਹ ਯੂਨਿਟ 3 ਦਾ ਜੀ A ਪਾਰਟ ਹੈ ਜੀ, ਇਹਦੇ ਵਿੱਚੋਂ ਹੀ ਕੁਐਸਚਨ ਆਉਣਗੇ, ਆ ਜਾਓਗੇ। ਯੂਨਿਟ 3 ਦੇ B ਪਾਰਟ ਦੇ ਵਿੱਚ ਕਿਹੜੇ ਕਿਹੜੇ ਕੁਐਸਚਨ ਤੁਹਾਨੂੰ ਪੁੱਛੇ, ਇਹ ਸਾਰੇ ਦਾ ਸਾਰਾ ਜਿਹੜਾ ਟੌਪਿਕ ਹੈ ਜੀ, ਇਹ ਸਾਰਾ ਹੀ ਸਾਰਾ ਜਿਹੜਾ SST ਦਾ, ਸੋਸ਼ਲ ਸਟੱਡੀ ਦਾ ਜੀ, ਸੇਮ ਹੀ ਪਿਆ ਜੀ। ਉਸ ਤੋਂ ਬਾਅਦ BC ਤੇ ਉਸ ਤੋਂ ਬਾਅਦ 4th ਸਮੈਸਟਰ, ਇਹ ਸਾਰੇ ਇੱਕੋ ਜਿਹੇ ਆ। NCF ਵੀ ਸੇਮ ਹੀ ਹੈ ਜੀ, ਬਟ ਉੱਥੇ ਹਿਸਟਰੀ ਹੈ ਅਤੇ ਸੋਸ਼ਲ ਸਟੱਡੀ ਹੈ, ਠੀਕ ਹੈ। ਰਿਸੋਰਸ ਆਫ ਲਰਨਿੰਗ ਦੇ ਵਿੱਚ ਤੁਸੀਂ ਦੇਖੋਗੇ ਜੀ, ਇੱਥੇ ਅੱਜ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਜੀ ਰਿਸੋਰਸ ਫॉर ਲਰਨਿੰਗ, ਠੀਕ ਹੈ। ਪ੍ਰਾਇਮਰੀ ਰਿਸੋਰਸਿਸ ਕੀ ਨੇ, 2 ਮਾਰਕਸ ਦੇ ਲਈ ਪੁੱਛਿਆ ਜਾ ਸਕਦਾ। ਸੈਕੰਡਰੀ ਲਰਨਿੰਗ ਕੀ ਹੈ ਜੀ, ਸੈਕੰਡਰੀ ਇੱਥੇ ਨਾ ਗਲਤ ਪਾਇਆ, ਪ੍ਰਾਇਮਰੀ ਰਿਸੋਰਸ ਲਿਖਣਾ ਸੀ ਇੱਥੇ, ਪ੍ਰਾਇਮਰੀ ਰਿਸੋਰਸ, ਠੀਕ ਹੈ। ਪ੍ਰਾਇਮਰੀ ਰਿਸੋਰਸ ਫॉर ਲਰਨਿੰਗ ਆ ਸਕਦਾ ਤੁਹਾਨੂੰ, ਸੈਕੰਡਰੀ ਰਿਸੋਰਸ ਫॉर ਲਰਨਿੰਗ ਆਊਗਾ, ਠੀਕ ਹੈ। ਇਹਦੇ ਤੇ 2 ਨੰਬਰ ਪੁੱਛਿਆ ਜਾ ਸਕਦਾ ਕੁਐਸਚਨ ਤੁਹਾਨੂੰ। ਨੈਕਸਟ ਹੈ ਜੀ ਐਗਜ਼ਾਮਪਲਸ ਆਫ ਰਿਸੋਰਸ ਫॉर ਲਰਨਿੰਗ, ਸੋ ਰਿਸੋਰਸ ਫॉर ਲਰਨਿੰਗ ਦੇ ਐਗਜ਼ਾਮਪਲਸ ਪੁੱਛੀਆਂ ਜਾ ਸਕਦੀਆਂ ਨੇ। ਐਡਵਾਂਟੇਜਸ ਆਫ ਰਿਸੋਰਸ ਫॉर ਲਰਨਿੰਗ 2 ਨੰਬਰ ਦੇ ਲਈ ਪੁੱਛਿਆ ਜਾ ਸਕਦਾ ਹੈ। ਲਿਮੀਟੇਸ਼ਨਸ ਆਫ ਰਿਸੋਰਸ ਫॉर ਲਰਨਿੰਗ ਪੁੱਛੀਆਂ ਜਾ ਸਕਦੀਆਂ ਨੇ। ਡੇਲੀ ਜ਼ਕੋਨ ਆਫ ਐਕਸਪੀਰੀਅੰਸ ਪੁੱਛਿਆ ਜਾ ਸਕਦਾ ਜੀ 2 ਮਾਰਕਸ ਦੇ ਲਈ। ਸੋ ਯੂਨਿਟ 3 ਦੇ B ਪਾਰਟ ਦੇ ਵਿੱਚ ਤੁਹਾਨੂੰ ਇਹ ਵਾਲੇ ਜਿਹੜੇ ਸ਼ਾਰਟ ਕੁਐਸਚਨ ਪੁੱਛੇ ਜਾ ਸਕਦੇ ਨੇ। ਅੱਗੇ ਆ ਜਾਓ ਜੀ, ਯੂਨਿਟ 3 ਦੇ C ਪਾਰਟ ਦੇ ਵਿੱਚ ਤੁਹਾਡੇ ਕਿਹੜੇ ਕਿਹੜੇ ਪ੍ਰਸ਼ਨ ਬਣਦੇ ਆ ਜੀ। ਮੈਪ 2 ਮਾਰਕਸ ਦੇ ਲਈ ਪੁੱਛਿਆ ਜਾ ਸਕਦਾ, ਚਾਰਟਸ 2 ਮਾਰਕਸ ਦੇ ਲਈ ਪੁੱਛਿਆ ਜਾ ਸਕਦਾ, ਗਲੋਬ 2 ਮਾਰਕਸ ਦੇ ਲਈ ਪੁੱਛਿਆ ਜਾ ਸਕਦਾ, ਮਾਡਲਸ 2 ਮਾਰਕਸ ਦੇ ਲਈ ਪੁੱਛਿਆ ਜਾ ਸਕਦਾ, ਵਰਕਿੰਗ ਮਾਡਲ 2 ਮਾਰਕਸ ਦੇ ਲਈ ਪੁੱਛਿਆ ਜਾ ਸਕਦਾ, ਸਟਿਲ ਮਾਡਲਸ ਦੇ ਬਾਰੇ ਦੇ ਵਿੱਚ ਪੁੱਛਿਆ ਜਾ ਸਕਦਾ। ਟਾਈਮ ਲਾਈਨ ਇਹ ਅਲੱਗ ਹੈ SST ਤੋਂ, ਬਾਕੀ ਸਾਰੇ ਸੇਮ ਹੈ, ਠੀਕ ਹੈ। ਸਪੈਸੀਮੈਨਸ ਪੁੱਛਿਆ ਜਾ ਸਕਦਾ, ਮਲਟੀਮੀਡੀਆ ਐਜ਼ ਟੀਚਿੰਗ ਏਡਸ ਇਨ ਹਿਸਟਰੀ ਟੀਚਿੰਗ ਇਹ ਪੁੱਛਿਆ ਜਾ ਸਕਦਾ। ਇਹ ਸਾਰੇ ਦਾ ਸਾਰਾ ਤਕਰੀਬਨ ਸੇਮ ਹੀ ਹੈ ਜੀ ਯੂਨਿਟ 3 ਦਾ C ਪਾਰਟ, ਸਿਰਫ ਟਾਈਮ ਲਾਈਨ ਨੂੰ ਛੱਡ ਕੇ ਬਾਕੀ ਸਾਰਾ ਸੇਮ ਹੈ ਜੀ। ਨੈਕਸਟ ਆ ਜਾਓ ਜੀ, ਯੂਨਿਟ 4 ਦਾ A ਪਾਰਟ ਹੈ ਜੀ, ਇਹਦੇ ਵਿੱਚ ਤੁਹਾਡਾ ਕੁਐਸਚਨ ਬਣੂਗਾ ਜੀ ICT ਬੇਸਡ ਅਪਰੋਚ ਕੀ ਹੈ ਜੀ। ICT ਬੇਸਡ ਅਪਰੋਚ ਦੇ 2 ਨੰਬਰ ਦਾ ਕੁਐਸਚਨ ਪੁੱਛਿਆ ਜਾ ਸਕਦਾ। ਪਾਵਰ ਪੁਆਇੰਟ ਪ੍ਰੈਜੈਂਟੇਸ਼ਨ PPT ਲਿਖਿਆ ਆ ਸਕਦਾ ਜੀ ਤੁਹਾਨੂੰ। ਪਾਵਰ ਪੁਆਇੰਟ ਪ੍ਰੈਜੈਂਟੇਸ਼ਨ 2 ਮਾਰਕਸ ਦੇ ਲਈ ਤੁਸੀਂ ਲਿਖਣਾ ਹੋਵੇਗਾ। ਈ ਲਰਨਿੰਗ ਤੁਹਾਨੂੰ ਪੁੱਛਿਆ ਜਾ ਸਕਦਾ, ਠੀਕ ਹੈ। ਇਹ 3 ਹੀ ਕੁਐਸਚਨ ਬਣਦੇ ਆ ਜੀ ਤੁਹਾਡੇ ਯੂਨਿਟ 4 ਦੇ A ਪਾਰਟ ਦੇ ਵਿੱਚੋਂ। ਨੈਕਸਟ ਆ ਜਾਓ ਜੀ, ਯੂਨਿਟ 4 ਦਾ B ਪਾਰਟ ਹੈ ਜੀ, ਇਹਦੇ ਵਿੱਚ ਕਿਹੜੇ ਕਿਹੜੇ ਕੁਐਸਚਨ ਬਣਦੇ ਆ ਜੀ ਯੂਨਿਟ 4 ਦੇ B ਪਾਰਟ ਦੇ ਵਿੱਚ। ਫਸਟ ਹੈ ਜੀ ਕੰਸੈਪਟ ਆਫ ਕੋਆਪਰੇਟਿਵ ਲਰਨਿੰਗ ਅਪਰੋਚ, ਠੀਕ ਹੈ। ਕੰਸੈਪਟ ਕੀ ਹੈ ਜੀ ਕੋਆਪਰੇਟਿਵ ਲਰਨਿੰਗ ਅਪਰੋਚ ਦਾ, ਠੀਕ ਹੈ। ਕੰਸੈਪਟ ਆਫ ਕੋਆਪਰੇਟਿਵ ਲਰਨਿੰਗ ਅਪਰੋਚ B। ਨੈਕਸਟ ਹੈ ਜੀ ਪ੍ਰੋਸੀਡਰਸ ਆਫ ਕੋਆਪਰੇਟਿਵ ਲਰਨਿੰਗ ਅਪਰੋਚ। ਪ੍ਰੋਸੀਡਰ ਕੀ ਹੈ ਜੀ ਕੋਆਪਰੇਟਿਵ ਲਰਨਿੰਗ ਅਪਰੋਚ ਦਾ, ਠੀਕ ਹੈ। ਪ੍ਰੋਸੀਡਰਸ ਆਫ ਕੋਆਪਰੇਟਿਵ ਲਰਨਿੰਗ ਅਪਰੋਚ। ਐਡਵਾਂਟੇਜਸ ਆਫ ਕੋਆਪਰੇਟਿਵ ਲਰਨਿੰਗ ਅਪਰੋਚ, ਠੀਕ ਹੈ। ਇਹ ਕੀ ਨੇ ਐਡਵਾਂਟੇਜਸ ਆਫ ਕੋਆਪਰੇਟਿਵ ਲਰਨਿੰਗ ਅਪਰੋਚ, ਇਹ ਲਿਖਣਾ ਜੀ ਤੁਸੀਂ 2 ਮਾਰਕਸ ਦੇ ਲਈ। ਲਿਮੀਟੇਸ਼ਨਸ ਆਫ ਕੋਆਪਰੇਟਿਵ ਲਰਨਿੰਗ ਅਪਰੋਚ ਦੀਆਂ ਕੀ ਨੇ, ਇਹਦੇ ਬਾਰੇ ਦੇ ਵਿੱਚ ਤੁਸੀਂ ਲਿਖਣਾ ਜੀ। ਕੰਸੈਪਟ ਲਿਖਣਾ ਜੀ ਕੋਆਪਰੇਟਿਵ ਲਰਨਿੰਗ ਅਪਰੋਚ ਦਾ। ਪ੍ਰੋਸੀਡਰ ਲਿਖਣਾ ਜੀ ਕੋਆਪਰੇਟਿਵ ਲਰਨਿੰਗ ਅਪਰੋਚ ਦਾ। ਐਡਵਾਂਟੇਜਸ ਕੀ ਨੇ ਕੋਆਪਰੇਟਿਵ ਲਰਨਿੰਗ ਅਪਰੋਚ ਦੀਆਂ ਉਹ ਲਿਖਣੀਆਂ ਜੀ, ਅਤੇ ਲਿਮੀਟੇਸ਼ਨ ਕੀ ਨੇ, ਠੀਕ ਹੈ। ਇਹਨਾਂ ਸਭ ਦੇ ਬਾਰੇ ਦੇ ਵਿੱਚ ਜਿਹੜੀਆਂ ਤੁਹਾਨੂੰ 2 ਮਾਰਕਸ ਦੇ ਲਈ ਤੁਹਾਨੂੰ ਪੁੱਛਿਆ ਜਾ ਸਕਦਾ ਜੀ। 4 ਹੀ ਬਣਦੇ ਆ ਜੀ ਇਹ ਪ੍ਰਸ਼ਨ ਤੁਹਾਡੇ। ਸੋ ਇਹ ਵੀ ਸੇਮ ਹੈ ਜੀ SST ਦਾ, ਇਹ ਤਾਂ ਬਸ 4th ਯੂਨਿਟ ਦਾ ਸਾਰਾ ਹੀ ਕਰ ਲਓ ਅਤੇ SST ਵਾਲਾ ਕਰ ਲਓ, ਸੇਮ ਹੀ ਹੈ ਜੀ, ਠੀਕ ਹੈ। ਬਸ ਜਿੱਦਾਂ ਸੋਸ਼ਲ ਸਟੱਡੀ ਲਿਖਿਆ ਹੋਊਗਾ ਉੱਥੇ ਹਿਸਟਰੀ ਲਿਖ ਲਿਓ। ਅਤੇ ਜਿਹੜਾ ਯੂਨਿਟ 3 ਦਾ ਉਹਦੇ ਵਿੱਚ B ਅਤੇ C ਪਾਰਟ ਹੈ ਜੀ, ਇਹ ਸੇਮ ਹੈ। ਇਹ ਵੀ ਕਾਫੀ ਹੱਦ ਤੱਕ ਸੇਮ ਹੀ ਹੈ ਕਿਉਂਕਿ NCF 2005 ਦੀ ਗੱਲ ਹੀ ਹੈ, ਅਤੇ ਥੋੜ੍ਹਾ ਜਿਹਾ ਬਸ ਚੇਂਜ ਹੋਊਗਾ, ਜ਼ਿਆਦਾ ਨਹੀਂ। ਸੋ B ਅਤੇ C ਤਾਂ ਜਿਹੜਾ ਹੈਗਾ ਜੀ ਇਹ ਸੇਮ ਹੈ ਜੀ ਉੱਥੇ, ਠੀਕ ਹੈ। ਇਹ ਤੁਹਾਡੇ ਕਵਰ ਹੈ ਜੀ, ਬਸ ਤੁਹਾਡਾ ਉਹ ਯੂਨਿਟ 2 ਵੀ ਕਵਰ ਹੈ ਜੀ ਥੋੜ੍ਹਾ ਜਿਹਾ, ਕਾਫੀ ਹੱਦ ਤੱਕ। ਚਲੋ ਆ ਜਾਓ ਅੱਗੇ, ਯੂਨਿਟ 4 ਦਾ C ਪਾਰਟ ਹੈ ਜੀ, ਇਹਦੇ ਵਿੱਚ ਤੁਹਾਨੂੰ ਕੁਐਸਚਨ ਪੁੱਛੇ ਜਾ ਸਕਦੇ ਆ ਜੀ। ਮੀਨਿੰਗ ਆਫ ਕੰਸਟਰਕਟਿਵਿਸਟ ਅਪਰੋਚ ਪੁੱਛਿਆ ਜਾ ਸਕਦਾ। ਕਰੈਕਟਰਿਸਟਿਕਸ ਆਫ ਕੰਸਟਰਕਟਿਵਿਸਟ ਅਪਰੋਚ ਪੁੱਛੀਆਂ ਜਾ ਸਕਦੀਆਂ ਨੇ। ਸਟਰੈਂਥਸ ਆਫ ਕੰਸਟਰਕਟਿਵਿਸਟ ਅਪਰੋਚ ਪੁੱਛੀ ਜਾ ਸਕਦੀ ਹੈ। ਲਿਮੀਟੇਸ਼ਨਸ ਆਫ ਕੰਸਟਰਕਟਿਵਿਸਟ ਅਪਰੋਚ ਇਹ ਪੁੱਛੇ ਜਾ ਸਕਦੇ ਆ। ਸੋ ਇਹ 4 ਬਣਦੇ ਜੀ ਤੁਹਾਡੇ ਯੂਨਿਟ 4 ਦੇ C ਪਾਰਟ ਦੇ। ਸੋ ਯੂਨਿਟ 4 ਹੈ ਜੀ ਜੋ ਤੁਹਾਡਾ ਹਿਸਟਰੀ ਦਾ ਯੂਨਿਟ 4 ਹੈ ਜੀ, ਇਹ ਸਾਰੇ ਦਾ ਸਾਰਾ ਜੀ ਸੇਮ ਹੀ ਹੈ ਜੀ SST ਵਾਲਾ।
ਚੁੱਪ ਕਰਕੇ ਬਸ SST ਵਾਲੇ ਜਿਹੜਾ 4th ਯੂਨਿਟ ਹੈ ਜੀ ਉਹਨੂੰ ਕਰ ਲਓ, ਦੇਖ ਲਓ ਉੱਧਰ, ਅਤੇ ਯੂਨਿਟ 3rd ਦਾ B ਅਤੇ C ਪਾਰਟ ਵੀ ਦੇਖ ਲਓ SST ਦੇ ਵਿੱਚੋਂ, ਠੀਕ ਹੈ। NCF 2005 ਇਹ ਵੀ ਕਾਫੀ ਹੱਦ ਤੱਕ ਤੁਹਾਡਾ ਹੋ ਜਾਣਾ ਕੰਪਲੀਟ। ਲੈਕਚਰ ਮੈਥਡ, ਡਿਸਕਸ਼ਨ ਅਤੇ ਸੋਰਸ ਅਤੇ ਪ੍ਰੋਜੈਕਟ ਇਹ ਵੀ ਤੁਹਾਡੇ ਸਾਰੇ ਸੇਮ ਹੈ ਜੀ, ਇਹ ਵੀ ਕਰ ਲਓਗੇ ਤੁਸੀਂ ਉਹਦੇ ਵਿੱਚੋਂ। ਬਾਕੀ ਮੈਂ ਦੇਖਦੀ ਹਾਂ ਜੀ ਟੌਪਿਕ ਤੁਹਾਨੂੰ ਕਰਵਾ ਦਿੰਦੀ ਹਾਂ ਜੇ ਟਾਈਮ ਲੱਗਾ। ਅਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਕਮੈਂਟ ਕਰ ਦਿਓ, ਅਤੇ ਜੇਕਰ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ। ਥੈਂਕਸ ਫਾਰ ਵਾਚਿੰਗ।